ਇਹ ਮਹਾਂਮਾਰੀ ਦਾ ਫੈਲਣਾ, ਸੰਸਾਰ ਦੇ ਉੱਪਰ ਕੁਝ ਕਿਸਾਨਾਂ ਦਾ ਐਸਾ ਅੰਦੋਲਨ ਚੱਲ ਰਿਹਾ ਹੈ, ਪੂਰੇ ਵਿਸ਼ਵ ਭਰ ਦੇ ਵਿੱਚ ਐਸਾ ਜੋ ਮੌਤਾਂ ਹੋ ਰਹੀਆਂ ਨੇ, ਐਸਾ ਜੋ ਸਮਾਂ ਭਿਆਨਕ ਬਣਿਆ ਹੈ, ਇਹ 100 ਸਾਲ ਬਾਅਦ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਵੀ ਜਦੋਂ ਸੱਚਾ ਵੇਲਾ ਆਇਆ ਕਰੇਗਾ ਨਾ ਇਹਨਾਂ ਬਚਨਾਂ ਦਾ, ਤੇ ਉਦੋਂ ਫਿਰ ਯਾਦ ਕਰਿਆ ਕਰਨਗੇ ਲੋਕ ਵੀ ਗੁਰੂ ਨਾਨਕ ਸਾਹਿਬ ਨੇ ਸੱਚ ਸੁਣਾਇਆ ਸੀ। ਤੇ ਇਹ ਸਮਾਂ ਭਿਆਨਕ 78 ਦੇ ਵਿੱਚ ਹੀ ਆਉਂਦਾ ਤੇ 97 ਤੱਕ ਇਹ ਪੀਰੀਅਡ ਰਹਿੰਦਾ ਹੈ। ਖੁਸ਼ਹਾਲੀ ਆ ਜੇ ਜਾਂ ਬੁਰਾ ਵਕਤ ਆ ਜਾਵੇ, ਕੁਝ ਨਾ ਕੁਝ ਪਲਟਾ ਲੱਗਦਾ ਹੈ 78 ਵਿੱਚ ਤੇ 97 ਬਿਕਰਮੀ ਦੇ ਵਿੱਚ। ਉਹਦੇ ਵਿੱਚ ਬਚਨ ਸੀ, ਆਏ 2020 ਨਾ ਰਹੇ ਈਸਾ ਨਾ ਰਹੇ ਮੂਸਾ, ਵੀ ਜਦੋਂ 2020 ਆਏਗਾ ਨਾ ਦੁਨੀਆ ਤੇ ਈਸਾ ਨੂੰ ਮੰਨਣ ਵਾਲੇ ਉਹਨਾਂ ਦਾ ਰਾਜ ਰਹੇਗਾ ਤੇ ਨਾ ਮੁਹੰਮਦ ਦਾ ਰਹੇਗਾ, ਤੇ ਹਲੇਮੀ ਰਾਜ ਦੁਨੀਆ ਦੇ ਉੱਪਰ ਪ੍ਰਗਟ ਹੋਵੇਗਾ। ਐਸੀ ਮਹਾਂਮਾਰੀ ਫੈਲੇਗੀ ਵੀ 12 ਕੋਹ ਦੀ ਵਾਟ ਦੇ ਉੱਤੇ ਦੀਵਾ ਜਗੇਗਾ, ਵੀ ਇੰਨੀਆਂ ਮੌਤਾਂ ਹੋਣਗੀਆਂ। ਇਹ ਸਾਡੇ ਇਤਿਹਾਸ ਦੇ ਵਿੱਚ ਬੋਲ ਐਸੇ ਲਿਖੇ ਮਿਲਦੇ ਨੇ ਸਾਡੀਆਂ ਜਨਮ ਸਾਖੀਆਂ ਦੇ ਵਿੱਚ। ਸਾਨੂੰ ਜਿੱਥੇ ਕੋਈ ਦੁਸ਼ਟ ਦਾ ਵੱਧ ਹੁੰਦਾ ਹੈ, ਉਹਦਾ ਅੰਤ ਹੁੰਦਾ ਹੈ, ਕਿਸੇ ਦੈਂਤ ਦਾ, ਕਿਸੇ ਸੂਰਮੇ ਦਾ, ਉੱਥੇ ਸਾਨੂੰ ਕੋਈ ਨਾ ਕੋਈ ਨਾਲ ਝਟਕਾ ਕਰਨਾ ਚਾਹੀਦਾ ਹੈ। ਕੇਲੇ ਦਾ, ਨਾਰੀਅਲ ਦਾ ਝਟਕਾ ਹੋਇਆ। ਸਾਰੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿੱਚ 2600 ਥਾਵਾਂ ਤੇ ਕੋਈ ਕੇਲਾ, ਕੋਈ ਨਾਰੀਅਲ, ਕੋਈ ਸੇਬ ਇਹਦਾ ਝਟਕਾ ਕੀਤਾ। ਵੀ ਜੇ ਠੇਕਿਆਂ ਦੀ ਗੱਲ ਕਰੀਏ, ਜਿੱਥੇ ਨਸ਼ਿਆਂ ਆਦਿਕਾਂ ਦਾ ਵਰਤਾਰਾ ਚੱਲਦਾ ਹੈ ਉਹ ਖੁੱਲ੍ਹੇ ਹੈ, ਉੱਥੋਂ ਲੋਕ ਜਾਣ ਤੋਂ ਡਰਦੇ ਵੀ ਕੋਈ ਨਹੀਂ। ਜੇ ਗੁਰੂ ਘਰ ਦੀ ਗੱਲ ਹੈ ਤੇ ਲੋਕ ਡਰਦੇ ਨੇ ਵੀ ਹਾਏ ਗੁਰੂ ਘਰ ਚਲੇ ਗਏ ਕਰੋਨਾ ਨਾ ਹੋ ਜਾਵੇ। ਤੇ ਮਰਨਾ ਤੇ ਹੈ ਹੀ ਹੈ, ਤੇ ਗੁਰਬਾਣੀ 'ਚ ਲਿਖਿਆ ਮੋਏ ਮਰਨੇ ਕਾ ਚਾਓ ਹੈ ਮਰੋ ਧਾਰ ਕੈ ਦੁਆਰ। ਜੇ ਗੁਰੂ ਚਰਨਾਂ ਵਿੱਚ ਸਾਡੇ ਪ੍ਰਾਣ ਨਿਕਲ ਜਾਣਗੇ, ਜੇ ਗੁਰੂ ਘਰ ਤੋਂ ਸਾਨੂੰ ਬਿਮਾਰੀ ਮਿਲ ਜਾਵੇਗੀ ਤੇ ਇਹ ਵੀ ਪ੍ਰਸ਼ਾਦ ਪ੍ਰਵਾਨ ਹੀ ਹੈ। ਤੇ ਮੈਂ ਸਮਝਦਾ ਇਹ ਵੀ ਇਹ ਜਿੱਥੇ ਗੁਰੂਆਂ ਦਾ ਅਸਤੋਤਰ ਹੈ, ਗੁਰੂਆਂ ਦੀ ਉਸਤਤ ਹੈ, ਸਿੱਖ ਧਰਮ ਦੀ ਅਰਦਾਸ ਹੈ, ਉੱਥੇ ਇਹ ਇੱਕ ਤੁਕ, ਇੱਕ ਮੰਤਰ ਦੀ ਤਾਕਤ ਰੱਖਦੀ ਹੈ। ਇਹਦਾ ਪਾਠ ਕੀਤਾ ਜਾਵੇ ਤੇ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਵੇਗੀ, ਘਰ ਵਿੱਚ 9 ਨਿਧੀਆਂ 18 ਸਿੱਧੀਆਂ, ਤੇ ਆਹ ਜਿਹੜੀ ਮਹਾਂਮਾਰੀ ਹੈ ਉਹ ਬੰਦੇ ਨੂੰ ਪੋਏਗੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2020 ਤੋਂ ਕਰੋਨਾ ਕੋਵਿਡ-19 ਵੀ ਜਿਹਨੂੰ ਕਿਹਾ ਜਾਂਦਾ ਹੈ, ਪੂਰੇ ਵਿਸ਼ਵ ਦੇ ਵਿੱਚ ਉਹਨੇ ਤਬਾਹੀ ਮਚਾਈ ਹੈ, ਜੋ ਕਿ ਚੀਨ ਤੋਂ ਸ਼ੁਰੂ ਹੋ ਕੇ ਵੱਖ-ਵੱਖ ਦੇਸ਼ਾਂ ਦੇ ਵਿੱਚ ਪਹੁੰਚਿਆ। ਇਸ ਸਮੇਂ 2021 ਚੱਲ ਰਿਹਾ ਹੈ ਔਰ ਹਿੰਦੁਸਤਾਨ ਦੇ ਵਿੱਚ ਅੱਜ ਫੇਰ ਕਿਹਾ ਜਾਂਦਾ ਹੈ ਕਿ ਦੂਸਰੀ ਵੇਵ ਜਿਹੜੀ ਸ਼ੁਰੂ ਹੋਈ ਹੈ ਔਰ ਅਨੇਕਾਂ ਹੀ ਮੌਤਾਂ ਆਏ ਦਿਨ ਹੋ ਰਹੀਆਂ ਨੇ। ਕੋਈ ਕਹਿੰਦਾ ਹੈ ਕਿ ਆਕਸੀਜਨ ਘਟਣ ਦੇ ਨਾਲ ਮੌਤ ਹੁੰਦੀ ਹੈ, ਕੋਈ ਕਹਿੰਦਾ ਬੁਖਾਰ ਦੇ ਨਾਲ ਮੌਤ ਹੁੰਦੀ ਹੈ, ਪਰ ਉਹ ਜਿਹੜੀਆਂ ਗੱਲਾਂ ਹੁੰਦੀਆਂ ਉਹ ਸਾਇੰਸ ਦੇ ਹਿਸਾਬ ਦੇ ਨਾਲ ਕੀਤੀਆਂ ਜਾਂਦੀਆਂ। ਅੱਜ ਗੁਰਮਤਿ ਦੇ ਹਿਸਾਬ ਦੇ ਨਾਲ ਕਿਉਂ ਮੌਤਾਂ ਹੋ ਰਹੀਆਂ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ, ਪਿੱਛੇ ਕੀ ਹੁੰਦਾ ਆਇਆ ਹੈ, ਉਹ ਸਾਰੀ ਗੱਲਬਾਤ ਆਪਾਂ ਕਰਾਂਗੇ। ਮੇਰੇ ਨਾਲ ਬੈਠੇ ਨੇ ਭਾਈ ਨੰਦ ਲਾਲ ਜੀ, ਗੁਰਮਤਿ ਵਿਦਿਆਲਾ ਤੋਂ, ਸ੍ਰੀ ਸਰਬਲੋ ਬੁੰਗਾ, ਪਿੰਡ ਨੰਗਲੀ, ਜ਼ਿਲ੍ਹਾ ਅੰਮ੍ਰਿਤਸਰ ਤੋਂ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ, ਬਹੁਤ ਵਿਦਵਾਨ ਨੇ ਔਰ ਇਲਾਕੇ ਦੇ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਹੁਤ ਪਿਆਰ ਮਾਣ ਸਤਿਕਾਰ ਹੈ ਇਹਨਾਂ ਦਾ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਗੁਰਮਤਿ ਅਨੁਸਾਰ ਕਿਉਂ ਆਏ ਦਿਨ ਅਨੇਕਾਂ ਮੌਤਾਂ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਔਰ ਵਿਸ਼ਵ ਦੇ ਵਿੱਚ ਕਰੋਨਾ ਦੇ ਨਾਲ ਹੋ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਹੈ ਤੁਹਾਨੂੰ, ਗੁਰਮਤਿ ਅਨੁਸਾਰ ਸਾਇੰਸ ਤੇ ਆਪੋ ਆਪਣੇ ਨਿੱਤ ਦਿਨ ਨਵੇਂ ਤੋਂ ਨਵੇਂ ਪ੍ਰਯੋਗ ਕਰਦੀ ਹੈ ਔਰ ਲੋਕਾਂ ਦੇ ਸਾਹਮਣੇ ਲਿਆਉਂਦੀ ਕਿ ਮੌਤਾਂ ਹੋ ਰਹੀਆਂ, ਗੁਰਮਤਿ ਅਨੁਸਾਰ ਕੀ ਲੱਗਦਾ ਜੀ? ਸੰਸਾਰ ਦੇ ਉੱਪਰ ਮੌਤ ਇੱਕ ਅਟਲ ਸਚਾਈ ਹੈ। ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਵਿੱਚ ਬਚਨ ਨੇ, ਜੋ ਉਪਜਾ ਸੋ ਜਾਨੋ ਮੂਆ। ਜਿਹੜਾ ਪੈਦਾ ਹੋਇਆ ਏ ਉਹਨੇ ਮਰਨਾ ਜ਼ਰੂਰ ਹੈ। ਜਿਸ ਕੀ ਪੂਜੈ ਔਧ ਤਿਸੈ ਕੌਣ ਰਾਖਈ, ਵੈਦ ਕੇ ਅਨ ਕੋ ਪਾਵ ਕਹਾਂ ਲੋ ਭਾਖਈ। ਜਿਹਦੀ ਉਮਰ ਪੂਰੀ ਹੋ ਜਾਵੇ ਉਹਨੂੰ ਸੰਸਾਰ ਦੇ ਉੱਪਰ ਕੋਈ ਰੱਖ ਨਹੀਂ ਸਕਦਾ। ਵੱਡੇ ਵੱਡੇ ਡਾਕਟਰ, ਵੱਡੇ ਵੱਡੇ ਵਿਗਿਆਨੀ, ਉਹਨਾਂ ਦੇ ਹੱਥਾਂ ਦੇ ਵਿੱਚ ਬੰਦੇ ਦੀਆਂ ਨਬਜ਼ਾਂ ਫੜੀਆਂ ਰਹਿ ਜਾਂਦੀਆਂ ਨੇ ਤੇ ਬੰਦਾ ਵੇਂਦਿਆਂ ਵੇਂਦਿਆਂ ਸੰਸਾਰ ਤੋਂ ਕੂਚ ਕਰ ਜਾਂਦਾ ਹੈ।
ਇਹ ਜੋ ਬੜਾ ਬਿਮਾਰੀ ਦਾ ਭਿਆਨਕ ਸਮਾਂ ਚੱਲ ਰਿਹਾ ਹੈ, ਇਸ ਦੇ ਪ੍ਰਥਾਏ ਜਿੰਨੇ ਮੂੰਹ ਨੇ ਉਨੀਆਂ ਹੀ ਗੱਲਾਂ ਨੇ। ਆਪੋ ਆਪਣੇ ਨਜ਼ਰੀਏ ਦੇ ਨਾਲ, ਆਪੋ ਆਪਣੇ ਢੰਗ ਤਰੀਕੇ ਦੇ ਨਾਲ ਸਾਰੇ ਇਸ ਬਿਮਾਰੀ ਨੂੰ ਵੇਖ ਰਹੇ ਨੇ ਅਤੇ ਆਲੋਚਨਾ ਵੀ ਇਸ ਬਿਮਾਰੀ ਦੀ ਬਹੁ ਪ੍ਰਕਾਰ ਮੀਡੀਏ ਰਾਹੀਂ ਜਾਂ ਆਮ ਸੱਥਾਂ ਦੇ ਵਿੱਚ, ਸਭਾਵਾਂ ਦੇ ਵਿੱਚ, ਗੁਰਮਤਿ ਸਮਾਗਮਾਂ ਦੇ ਵਿੱਚ ਇਹਦੀ ਆਲੋਚਨਾ ਹੋ ਰਹੀ ਹੈ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਉਹ ਸਾਨੂੰ ਅੱਗੇ ਦਾ ਆਤਮਿਕ ਮੰਡਲ ਦਾ ਰਸਤਾ ਵਿਖਾਉਂਦੇ ਨੇ, ਉੱਥੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਵਿੱਚ ਕੁਝ ਭਵਿੱਖਿਤ ਵਾਕ ਵੀ ਹਨ। ਕੁਝ ਇਸ ਲੋਕ ਦੇ ਜਿਹੜੇ ਸਾਡੇ ਨਿਤਾ ਦੇ ਕਰਮ ਨੇ, ਉਹਨਾਂ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਵਿੱਚ ਸਾਨੂੰ ਜਾਣਕਾਰੀ ਹੈ। ਵੇਲਿਆਂ ਬਾਰੇ ਵੀ ਹੈ, ਜਿਵੇਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਸੋਦਰ ਸੰਧਿਆ ਦੇ ਵੇਲੇ ਬਾਰੇ ਵੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ 'ਚ ਉਪਦੇਸ਼ ਹੈ। ਇਸੇ ਤਰ੍ਹਾਂ ਜੋ ਇਹ ਸਮਾਂ ਚੱਲ ਰਿਹਾ ਹੈ, ਇਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਬੜੇ ਭਵਿੱਖਬਾਣੀ, ਬੜੇ ਅਮੋਲਕ ਬੋਲ ਪੜ੍ਹਨ ਨੂੰ, ਸੁਣਨ ਨੂੰ, ਵਿਚਾਰਨ ਨੂੰ ਮਿਲਦੇ ਨੇ। ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਵਿੱਚ ਬੋਲ ਨੇ, ਆਵਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਅੱਜ ਤੋਂ ਅਸੀਂ 20-30 ਸਾਲ ਪਹਿਲਾਂ ਚੱਲ ਜਾਈਏ ਤੇ ਪੁਰਾਣੇ ਬਜ਼ੁਰਗਾਂ ਦੀ ਜ਼ੁਬਾਨ ਦੇ ਉੱਪਰ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਆਮ ਹੁੰਦੇ ਸੀ। ਤੇ ਇਹ ਗੁਰਬਾਣੀ ਨੂੰ ਬਾਬਰ ਬਾਣੀ ਵੀ ਕਹਿੰਦੇ ਸੀ ਵੀ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਏਮਨਾਬਾਦ ਦੇ ਵਿੱਚ ਬਾਬਰ ਚੱਲ ਕੇ ਆਇਆ ਤੇ ਉਹਦੇ ਆਉਣ ਤੋਂ ਪਹਿਲਾਂ ਹੀ ਮਹਾਰਾਜ ਨੇ ਆਪਣੇ ਸੇਵਕ ਭਾਈ ਲਾਲੋ ਜੀ ਉਹਨਾਂ ਨੂੰ ਇਹ ਬਚਨ ਸੁਣਾਏ ਵੀ ਕਾਬਲ ਕੰਧਾਰ ਤੋਂ ਬਾਬਰ ਆ ਰਿਹਾ ਹੈ ਔਰ ਦੁਨੀਆ ਦੇ ਉੱਪਰ ਬੜਾ ਕਹਿਰ ਮਚਾਏਗਾ। ਉਸ ਵਕਤ 1578 ਬਿਕਰਮੀ ਸੀ। ਅੱਜ ਭਾਵੇਂ ਈਸਵੀ ਸੰਮਤ ਦਾ ਜ਼ੋਰ ਹੈ, ਆਮ ਸਕੂਲਾਂ ਵਿੱਚ ਵੀ ਈਸਵੀ ਯਾਦ ਹੈ, ਸੰਮਤ ਬਾਰੇ ਯਾਦ ਨਹੀਂ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਗੁਰਬਾਣੀ ਭਾਵੇਂ ਚੌਪਈ ਸਾਹਿਬ ਦਾ ਆਪਾਂ ਪਾਠ ਕਰਦੇ ਹਾਂ, ਸੰਮਤ 17 ਸਹਿਸ ਭਣਿਜੈ, ਅਰਧ ਸਹਿਸ ਪੁਣ ਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵ ਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ, ਉੱਥੇ ਵੀ ਬਿਕਰਮੀ ਸੰਮਤ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ ਵੀ ਬਿਕਰਮੀ ਸੰਮਤ ਹੈ। ਤੇ ਉਸ ਵਕਤ ਮਹਾਰਾਜ ਨੇ ਬਚਨ ਕੀਤੇ ਸੀ ਵੀ ਆਵਨ 78 ਹੈ, ਵੀ 1578 ਨੂੰ ਬਾਬਰ ਆਏਗਾ ਚੱਲ ਕੇ, ਤੇ ਜਾਨ 97 ਤੇ 1597 ਵਿੱਚ ਉਹ ਸੰਸਾਰ ਤੋਂ ਜਾਵੇਗਾ। ਮਹਾਰਾਜ ਸਾਹਿਬ ਜੀ ਨੇ ਇਹ ਬੋਲ ਕਹੇ ਤੇ ਕੁਝ ਫਿਰ ਅੱਗੇ ਵਿਦਵਾਨਾਂ ਨੇ ਆਪੋ ਆਪਣੇ ਅਨੁਭਵ ਦੇ ਨਾਲ ਇਹ ਤੁਕ ਦੇ ਅਨੇਕਾਂ ਅਰਥ ਕੀਤੇ ਨੇ। 1578 ਦੇ ਵਿੱਚ ਬਾਬਰ ਹਿੰਦੁਸਤਾਨ ਤੇ ਚੜ੍ਹ ਕੇ ਆਇਆ, ਮੁਗਲਿਆ ਹਕੂਮਤ ਦਾ ਰਾਜ ਚੱਲਿਆ ਤੇ ਉਹ 1797 ਦੇ ਵਿੱਚ 211 ਕੁ ਸਾਲ ਬਣਦੇ ਨੇ ਤੇ ਉਹ ਮੁਗਲਿਆ ਹਕੂਮਤ ਦਾ ਰਾਜ ਹਿੰਦੁਸਤਾਨ ਤੋਂ ਗਿਆ ਸੀ। ਭਾਵ 78 ਤੋਂ ਇਹ ਪੀਰੀਅਡ ਸ਼ੁਰੂ ਹੋਇਆ, 97 ਤੱਕ ਗਿਆ। 1578 ਬਾਬਰ ਆਇਆ ਹਿੰਦੁਸਤਾਨ ਤੇ 1597 ਚ ਦੁਨੀਆ ਤੋਂ ਗਿਆ। ਤੇ ਫਿਰ ਜੋ ਮੁਗਲਿਆ ਹਕੂਮਤ ਦਾ ਰਾਜ ਹੈ ਉਹ ਵੀ 1578 ਤੋਂ ਸ਼ੁਰੂ ਹੋਇਆ ਤੇ 1797 ਤੱਕ ਰਿਹਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਿੱਥੇ ਵਿਦਵਾਨਾਂ ਦੀ ਦੁਨੀਆ ਵਿੱਚੋਂ ਉਹਨਾਂ ਨੂੰ ਖਿਤਾਬ ਵਿਦਿਆ ਮਾਰਤੰਡ ਦਾ ਪ੍ਰਾਪਤ ਸੀ, ਉੱਥੇ ਉਹ ਅਨੁਭਵ ਵਾਲੇ, ਸਹਿਜ ਸੁਭਾਅ ਵਾਲੇ ਅਤੇ ਬ੍ਰਹਮ ਗਿਆਨ ਦੀ ਅਸੀਮ ਅਵਸਥਾ ਨੂੰ ਪ੍ਰਾਪਤ ਕਰਨ ਵਾਲੇ ਮਹਾਂਪੁਰਖ ਸੀ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ 27 ਵਾਰ ਆਪਣੇ ਜੀਵਨ ਕਾਲ ਵਿੱਚ ਕੀਤੀ। 27ਵੀਂ ਕਥਾ ਉਹਨਾਂ ਦੀ ਰਿਕਾਰਡ ਸਾਨੂੰ ਮਿਲਦੀ ਹੈ। ਅਨੇਕਾਂ ਵਿਦਿਆਰਥੀ ਨਾਲ ਪਠਨ ਪਾਠਨ ਕਰਦੇ ਤੇ ਨਾਲ ਉਹ ਮਹਾਂਪੁਰਖ ਪੜ੍ਹਾਉਂਦੇ ਸਨ। ਤੇ ਜਦੋਂ ਉਹਨਾਂ ਨੇ ਇਹ ਤੁਕ ਦੀ ਵਿਆਖਿਆ ਕੀਤੀ ਤੇ ਮੈਂ ਸੁਣਿਆ ਹੈ ਬੜੇ ਗੌਹ ਦੇ ਨਾਲ, ਤੇ ਉਹਨਾਂ ਮਹਾਂਪੁਰਖਾਂ ਨੇ ਕਿਹਾ ਵੀ 1578 ਦੇ ਵਿੱਚ ਬਾਬਰ ਆਇਆ ਤੇ 1597 ਵਿੱਚ ਉਹ ਜਹਾਨ ਤੋਂ ਚਲਿਆ ਗਿਆ ਤੇ ਹਮਾਯੂੰ ਬਾਦਸ਼ਾਹ ਨੂੰ ਅੱਗੇ ਰਾਜ ਦਾ ਤਖਤਾ ਪ੍ਰਾਪਤ ਹੋਇਆ ਸੀ। ਫਿਰ 1678 ਬਿਕਰਮੀ ਜਦੋਂ ਆਈ, ਉਦੋਂ ਸ਼ਾਹਜਹਾਨ ਨੇ ਗੁਰੂ ਹਰਗੋਬਿੰਦ ਸਾਹਿਬ ਤੇ ਮੁਗਲਸ ਖਾਨ ਨੂੰ ਚੜ੍ਹਾ ਕੇ ਭੇਜਿਆ। ਜਿਹੜਾ ਅੰਮ੍ਰਿਤਸਰ ਸਾਹਿਬ ਵਿੱਚ ਜੰਗ ਹੋਇਆ ਹੈ, ਗੁਰੂ ਨਾਨਕ ਸਾਹਿਬ ਦੇ ਉੱਪਰ ਦਿੱਲੀ ਦਾ ਤਖਤ ਪਹਿਲੀ ਵਾਰ ਜੋ ਚੜ੍ਹ ਕੇ ਆਇਆ ਨਾ, ਉਹ 1678 ਬਿਕਰਮੀ ਸੀ। ਜਿੱਥੇ ਖਾਲਸਾ ਕਾਲਜ ਹੈ ਉੱਥੇ ਭਾਰੀ ਜੰਗ ਹੋਇਆ ਤੇ 1697 ਵਿੱਚ ਫਿਰ ਗੁਰੂ ਘਰ ਦਾ ਹੀ ਪੈਂਦੇ ਖਾਂ, ਜਿਹਨੂੰ ਮਹਾਰਾਜ ਘਿਓ ਦੇ ਦੇ ਕੇ ਪਾਲਦੇ ਰਹੇ ਤੇ ਉਹ ਨਮਕ ਹਰਾਮੀ ਕਰ ਗਿਆ ਸੀ, ਉਹਦਾ ਵੱਧ ਮਹਾਰਾਜ ਨੇ
1697 ਬਿਕਰਮੀ 'ਚ ਕੀਤਾ ਹੈ। ਇਸ ਤੋਂ ਅੱਗੇ 100 ਸਾਲ ਬਾਅਦ 1778 ਬਿਕਰਮੀ ਆਈ ਤੇ ਮਹਾਰਾਜ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਨੂੰ ਭੇਜਿਆ ਤੇ ਬੰਦਾ ਸਿੰਘ ਜੀ ਬਹਾਦਰ ਚੜ੍ਹ ਕੇ ਆਏ। ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜੋ ਬਦਲਾ ਸੀ ਉਹ ਮੁਗਲਿਆ ਹਕੂਮਤ ਦੇ ਕੋਲੋਂ ਲਿਆ। ਸਰਹੰਦ ਦੇ ਉੱਪਰ ਲੋਹੇ ਦਾ ਸੁਹਾਗਾ ਫੇਰਿਆ। ਫਿਰ ਉਹਨਾਂ ਨੇ ਸਮਾਣਾ ਜਿੱਤਿਆ, ਸਡੌਰ ਜਿੱਤਿਆ। ਫਿਰ ਉਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰਹਿ ਕਰਕੇ 3 ਮਹੀਨੇ ਪੜ੍ਹਾ ਰੱਖਿਆ, ਗੁਰਧਾਮਾਂ ਦੀ ਸੇਵਾ ਸੰਭਾਲ ਕਰਾਈ। ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦੇ ਪਾਸੋਂ ਗੁਰਬਾਣੀ ਦੀ ਕਥਾ ਸੁਣਦੇ ਰਹੇ। ਕੁਝ ਇਤਿਹਾਸਕਾਰ ਕਹਿੰਦੇ ਆ ਵੀ ਕਲਗੀਧਰ ਨੇ ਬਾਬਾ ਬੰਦਾ ਸਿੰਘ ਜੀ ਨੂੰ ਅੰਮ੍ਰਿਤ ਛਕਾ ਦਿੱਤਾ ਸੀ ਨੰਦੇੜ ਦੀ ਧਰਤੀ 'ਤੇ। ਕੁਝ ਇਤਿਹਾਸਕਾਰ ਜਿਵੇਂ ਗਿਆਨੀ ਠਾਕੁਰ ਸਿੰਘ ਜੀ ਹੋਏ ਨੇ ਅੱਜ ਤੋਂ 100 ਸਾਲ ਪਹਿਲਾਂ, ਉਹਨਾਂ ਨੇ ਗੁਰਦੁਆਰੇ ਦਰਸ਼ਨ ਨਾਮ ਦੀ ਪੁਸਤਕ ਲਿਖੀ ਤੇ ਉਹਨਾਂ ਨੇ ਲਿਖਿਆ ਹੈ ਵੀ ਬਾਬਾ ਬੰਦਾ ਬਹਾਦਰ ਨੂੰ ਕਲਗੀਧਰ ਨੇ ਕਿਹਾ ਸੀ ਵੀ ਤੁਸੀਂ ਆਨੰਦਪੁਰ ਸਾਹਿਬ ਜਾ ਕੇ ਅੰਮ੍ਰਿਤਪਾਨ ਕਰਿਓ, ਕੇਸਗੜ੍ਹ ਸਾਹਿਬ ਸਾਰਾ ਜਿੱਤਾਂ ਜਿੱਤ ਕੇ। ਤੇ ਉਹਨਾਂ ਨੇ ਇੱਥੇ ਬਾਬਾ ਦੀਪ ਸਿੰਘ ਜੀ ਦੀ ਮੁੱਖ ਤੋਂ ਕਥਾ ਗੁਰਬਾਣੀ ਦੀ ਸੁਣਦੇ ਰਹੇ, ਇੱਥੇ ਅੰਮ੍ਰਿਤਪਾਨ ਕੀਤਾ। ਸ਼ਹੀਦੀ ਬਾਗ ਜੋ ਸਿੱਖਾਂ ਦਾ ਬਹੁਤ ਮਾਣਮੱਤਾ ਇਤਿਹਾਸ ਵਾਲਾ ਅਸਥਾਨ ਹੈ ਤੇ ਜਿਸ ਅਸਥਾਨ ਦੀ ਸੇਵਾ ਸੰਭਾਲ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੀ ਜਥੇਬੰਦੀ ਪਾਸ ਹੈ। ਅੱਜ ਵੀ ਮਹਾਂਪੁਰਖ ਬਾਬਾ ਗੱਜਣ ਸਿੰਘ ਜੀ, ਸੰਤ ਬਾਬਾ ਗੁਰਦੇਵ ਸਿੰਘ ਜੀ ਉੱਥੇ ਵੱਡੇ ਲੰਗਰ ਚਲਾ ਰਹੇ ਨੇ। ਇਸ ਸਥਾਨ 'ਤੇ ਸਾਰਾ ਵਹੀਰ ਰਿਹਾ। ਇਹ ਜਿੰਨਾ ਵੀ ਉਸ ਸਮੇਂ ਦਾ ਇਹ ਦ੍ਰਿਸ਼ ਸੀ, ਇਹ 1778 ਬਿਕਰਮੀ ਦਾ ਸੀ ਜਦੋਂ ਬੰਦਾ ਬਹਾਦਰ ਨੇ ਜਿਹੜੀਆਂ ਜਿੱਤਾਂ ਜਿੱਤੀਆਂ ਨੇ। ਤੇ 1797 ਦੇ ਵਿੱਚ ਮੁਗਲਾਂ ਦਾ ਰਾਜ ਚਲਿਆ ਗਿਆ ਤੇ ਗੁਰੂ ਕੇ ਖਾਲਸੇ ਦਾ ਜਿਹੜਾ ਸੀ ਉਹ ਬੋਲਬਾਲਾ ਹੋ ਗਿਆ। ਉਸ ਤੋਂ ਬਾਅਦ 1878 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੇਲਾ ਆ ਜਾਂਦਾ ਹੈ। ਉਹਨਾਂ ਨੇ ਖਾਲਸੇ ਦਾ ਰਾਜ ਸਥਾਪਿਤ ਕੀਤਾ। ਇਹ ਪੀਰੀਅਡ ਜਦੋਂ 78 ਆਈ ਤੇ ਗੁਰੂ ਕੇ ਖਾਲਸੇ ਦਾ ਰਾਜ ਆਇਆ, ਸੰਸਾਰ ਦੇ ਉੱਪਰ ਹਿਲਜੁਲ ਹੋਈ। ਫਿਰ 1897 ਵਿੱਚ ਡੋਗਰੇ ਜਿਨ੍ਹਾਂ ਨੇ ਸਿੱਖ ਰਾਜ ਨੂੰ ਖਤਮ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ। ਜੇ ਅੱਜ ਡੋਗਰੇ ਨਾ ਹੁੰਦੇ ਤੇ ਗੁਰੂ ਕੇ ਖਾਲਸੇ ਦਾ ਹੱਸਦਾ ਵਸਦਾ ਰਾਜ ਹੁੰਦਾ, ਕਿਸੇ ਨੂੰ ਪਰੇਸ਼ਾਨੀ ਨਾ ਆਉਂਦੀ, ਸਾਰੇ ਹੱਸਦੇ। ਹਲੇਮੀ ਦਾ ਰਾਜ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਿਹੜਾ ਰਾਜ ਦਾ ਮੰਤਵ ਹੈ ਉਹ ਇਹ ਨਹੀਂ ਹੈ ਵੀ ਅਸੀਂ ਤਖਤ ਤੇ ਬੈਠ ਕੇ ਰਾਜ ਕਰੀਏ। ਗੁਰੂ ਸਾਹਿਬ ਜੀ ਦਾ ਖਾਲਸਾ ਤੇ ਘੋੜਿਆਂ ਦੇ ਕਾਠੀਆਂ ਦੇ ਉੱਪਰ ਕਹਿੰਦਾ ਰਿਹਾ ਹਨੇ ਹਨੇ ਕੀ ਪਾਤਸ਼ਾਹੀ। ਕਾਠੀ ਦੇ ਉੱਪਰ ਦੇਖੋ ਉੱਪਰ ਤਾਂ ਨੂੰ ਵਧਿਆ ਹੁੰਦਾ ਹੈ, ਅਗਲੇ ਪਾਸੇ ਬੈਠਣ ਨੂੰ ਨਾ ਉਹਨੂੰ ਹਨਾ ਕਹਿੰਦੇ। ਤੇ ਉਹ ਪੰਥ ਪ੍ਰਕਾਸ਼ ਵਿੱਚ ਪ੍ਰਸੰਗ ਆਉਂਦਾ ਵੀ ਗੁਰੂ ਕਾ ਖਾਲਸਾ ਕਾਠੀਆਂ ਤੇ ਬਹਿ ਕੇ ਕਹਿੰਦਾ ਵੀ ਅਸੀਂ ਹਨੇ ਹਨੇ ਦੇ ਪਾਤਸ਼ਾਹ ਹਾਂ। ਖਾਲਸੇ ਨੂੰ ਇਹ ਤਖਤਾਂ ਦੀ ਲੋੜ ਨਹੀਂ ਹੈ, ਖਾਲਸਾ ਹਲੇਮੀ ਰਾਜ ਉਹਦੀ ਕਾਮਨਾ ਕਰਦਾ ਹੈ। ਤੇ ਡੋਗਰਿਆਂ ਨੇ ਇਹ ਹਲੇਮੀ ਰਾਜ ਜਿਹੜਾ ਖਤਮ ਕਰਾਇਆ। ਮਹਾਰਾਜਾ ਸ਼ੇਰ ਸਿੰਘ ਜੀ, ਦਲੀਪ ਸਿੰਘ ਜੀ ਜਿਹੜੇ ਸਿੱਖ ਰਾਜ ਦੇ ਅੱਗੇ ਨਾਇਕ ਸਨ, ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ, ਉਹਨਾਂ ਨੂੰ ਮਾਰਨ ਦੀਆਂ ਯੋਜਨਾਵਾਂ ਜਾਂ ਸਿੱਖਾਂ ਨੂੰ ਪਾੜਨ ਦੀਆਂ ਯੋਜਨਾਵਾਂ, ਇਹ ਸਾਰਾ ਕੁਝ 1897 ਬਿਕਰਮੀ ਦੇ ਵਿੱਚ ਹੋਇਆ ਸੀ। ਤੇ ਇਸ ਤੋਂ ਬਾਅਦ ਫਿਰ ਅੱਗੇ 1978 ਆ ਜਾਂਦੀ ਹੈ ਤੇ ਇਹਦਾ ਫਿਰ ਜੰਗ ਹੋਇਆ ਸੀ ਜਾਰਜ ਪੰਚਮ, ਉਹਦਾ ਭਾਰੀ ਜੰਗ ਜਿਹਨੂੰ ਵਿਸ਼ਵ ਯੁੱਧ ਵੀ ਕਹਿ ਦਿੰਦੇ ਨੇ, ਜਰਮਨ ਦੇ ਵਿੱਚ ਹੋਇਆ ਸੀ। ਉਹ ਵੇਲਾ ਜਿਹੜਾ ਸੀ ਉਹ 1878 ਦਾ ਸੀ ਬਿਕਰਮੀ ਦਾ ਤੇ 1978 ਦਾ ਸੀ। ਤੇ 1997 ਦੇ ਵਿੱਚ ਫਿਰ ਜਰਮਨ, ਜਾਪਾਨ ਤੇ ਚੀਨ ਦਾ ਦੁਬਾਰਾ ਜੰਗ ਹੋਇਆ। ਤੇ ਹੁਣ ਅੱਜ ਜਿਹੜਾ ਸਾਲ ਚੜ੍ਹਿਆ ਹੈ ਨਾ, ਜਿਹਨੂੰ ਆਪਾਂ 2021 ਕਹਿੰਦੇ ਆ, ਬਿਕਰਮੀ ਸੰਮਤ ਦੇ ਨਾਲ ਆਪਾਂ 2078 ਵਿੱਚ ਹੀ ਆਏ ਹਾਂ। ਇਹ ਮਹਾਂਮਾਰੀ ਦਾ ਫੈਲਣਾ, ਸੰਸਾਰ ਦੇ ਉੱਪਰ ਕੁਝ ਕਿਸਾਨਾਂ ਦਾ ਐਸਾ ਅੰਦੋਲਨ ਚੱਲ ਰਿਹਾ ਹੈ, ਪੂਰੇ ਵਿਸ਼ਵ ਭਰ ਦੇ ਵਿੱਚ ਐਸਾ ਜੋ ਮੌਤਾਂ ਹੋ ਰਹੀਆਂ ਨੇ, ਐਸਾ ਜੋ ਸਮਾਂ ਭਿਆਨਕ ਬਣਿਆ ਹੈ, ਇਹ 100 ਸਾਲ ਬਾਅਦ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ। ਮਹਾਰਾਜ ਨੇ ਬਚਨ ਸੱਚ ਸੁਣਾਏ ਸੀ ਸੱਚ ਕੀ ਬੇਲਾ, ਵੀ ਜਦੋਂ ਸੱਚਾ ਵੇਲਾ ਆਇਆ ਕਰੇਗਾ ਨਾ ਇਹਨਾਂ ਬਚਨਾਂ ਦਾ, ਤੇ ਉਦੋਂ ਫਿਰ ਯਾਦ ਕਰਿਆ ਕਰਨਗੇ ਲੋਕ ਵੀ ਗੁਰੂ ਨਾਨਕ ਸਾਹਿਬ ਨੇ ਸੱਚ ਸੁਣਾਇਆ ਸੀ। ਅੱਜ ਗੁਰੂ ਨਾਨਕ ਨੂੰ ਆਪਾਂ ਯਾਦ ਕਰਦੇ ਪਏ ਹਾਂ। ਤੇ ਇਹ ਸਮਾਂ ਭਿਆਨਕ 78 ਦੇ ਵਿੱਚ ਹੀ ਆਉਂਦਾ ਤੇ 97 ਤੱਕ ਇਹ ਪੀਰੀਅਡ ਰਹਿੰਦਾ ਹੈ। ਖੁਸ਼ਹਾਲੀ ਆ ਜੇ ਜਾਂ ਬੁਰਾ ਵਕਤ ਆ ਜਾਵੇ, ਕੁਝ ਨਾ ਕੁਝ ਪਲਟਾ ਲੱਗਦਾ ਹੈ 78 ਵਿੱਚ ਤੇ 97 ਬਿਕਰਮੀ ਦੇ ਵਿੱਚ।
ਫਿਰ ਗਿਆਨੀ ਜੀ ਹੁਣ ਜੇ ਆਪਾਂ 78 ਤੋਂ ਲੈ ਕੇ 97 ਤੱਕ ਦੀ ਗੱਲ ਕਰੀਏ ਤਾਂ ਮੇਰੇ ਖਿਆਲ 19 ਕੁ ਸਾਲ ਬਣਦੇ ਆ। ਫਿਰ 19 ਸਾਲ ਇਦਾਂ ਦਾ ਹੀ ਇਹ ਵਰਤਾਰਾ ਰਹੇਗਾ ਜੀ? ਹਾਂ, 19 ਕੁ ਸਾਲ ਇਹ ਪਲਟਾ ਆਉਂਦਾ ਹੀ ਹੈ। 78 ਤੋਂ ਪਲਟਾ ਲੱਗ ਕੇ ਕਈ ਵਾਰ ਕੰਮ ਸੁਧਰਦਾ ਵੀ ਆਇਆ ਹੈ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ ਸੀ ਤੇ 97 ਤੱਕ ਰਿਹਾ। ਤੇ ਕਈ ਵਾਰ ਜਿਵੇਂ ਜਾਣਿਆ ਜਾਵੇ ਵੀ 1978 ਤੋਂ ਲੈ ਕੇ ਤੇ 1997 ਤੱਕ ਉਹ ਜੰਗ ਹੀ ਚੱਲਦਾ ਰਿਹਾ। ਪਹਿਲਾਂ ਵੀ ਜਰਮਨ ਦਾ ਹੋਇਆ ਜੰਗ ਜਾਰਜ ਪੰਚਮ ਦੇ ਵੇਲੇ, ਤੇ ਫਿਰ ਵੀ ਜਰਮਨ, ਜਾਪਾਨ ਤੇ ਚੀਨ ਦਾ ਦੁਬਾਰਾ ਜੰਗ ਹੋਇਆ। ਤੇ ਇਹ ਤੇ ਸਤਿਗੁਰੂ ਜਾਣਦੇ ਨੇ। ਬਾਕੀ ਜੋ ਸਾਡੇ ਇਤਿਹਾਸਕ ਗ੍ਰੰਥ ਨੇ, ਜਿਵੇਂ 100 ਸਾਖੀਆਂ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਜਿਹੜੇ ਬਚਨ ਸੀ ਉਹ ਗੁਰੂ ਕੇ ਸਿੰਘ ਲਿਖ ਲੈਂਦੇ ਸਨ। ਤੇ ਜਦੋਂ 100 ਸਾਖੀ ਮਹਾਰਾਜ ਸਾਹਿਬ ਜੀ ਦੀ ਲਿਖੀ ਜਾਂਦੀ, 100 ਘਟਨਾਵਾਂ ਲਿਖੀਆਂ ਜਾਂਦੀਆਂ, ਤੇ ਉਹਨੂੰ ਫਿਰ ਉਹ ਜਿਲਦ ਬੰਨ੍ਹ ਕੇ ਤੇ ਉਹਦਾ ਨਾਮ ਰੱਖ ਦਿੰਦੇ 100 ਸਾਖੀ। ਐਸੇ 5 ਗ੍ਰੰਥ ਨੇ, ਉਹਨਾਂ 5 ਗ੍ਰੰਥਾਂ ਦੇ ਸਮੂਹ ਨੂੰ ਕਹਿ ਦਿੰਦੇ ਨੇ 500 ਸਾਖੀ, ਜਿਹਦੇ ਵਿੱਚ ਵਿਜੇ ਮੁਕਤ ਵੀ ਹੈ, ਜਿਹਦੇ ਵਿੱਚ ਮੰਗਲ ਪ੍ਰਕਾਸ਼ 100 ਸਾਖੀ ਵੀ ਹੈ, ਜਿਹਦੇ ਵਿੱਚ ਰਤਨਮਾਲਾ 100 ਸਾਖੀ ਵੀ ਹੈ। ਇਸ ਤਰੀਕੇ ਨਾਲ ਇਹ 500 ਸਾਖੀਆਂ ਨੇ। ਤੇ 100 ਸਾਖੀ ਵਿੱਚ ਹੀ ਮੈਂ ਦਰਸ਼ਨ ਕੀਤੇ ਸੀ। ਇੱਕ 100 ਸਾਖੀ 'ਚ ਉਹਦੇ ਵਿੱਚ ਬਚਨ ਸੀ, ਆਏ 2020 ਨਾ ਰਹੇ ਈਸਾ ਨਾ ਰਹੇ ਮੂਸਾ। ਵੀ ਜਦੋਂ 2020 ਆਏਗਾ, ਨਾ ਦੁਨੀਆ ਤੇ ਈਸਾਈ, ਈਸਾ ਨੂੰ ਮੰਨਣ ਵਾਲੇ ਉਹਨਾਂ ਦਾ ਰਾਜ ਰਹੇਗਾ, ਤੇ ਨਾ ਮੁਹੰਮਦ ਦਾ ਰਹੇਗਾ, ਤੇ ਹਲੇਮੀ ਰਾਜ ਦੁਨੀਆ ਦੇ ਉੱਪਰ ਪ੍ਰਗਟ ਹੋਵੇਗਾ। ਇਹ ਭਵਿੱਖਤਵਾਗ ਸਾਡੀਆਂ 100 ਸਾਖੀਆਂ ਵਿੱਚ ਵੀ ਪੜ੍ਹਨ ਸੁਣਨ ਨੂੰ ਮਿਲਦੇ ਹਨ। ਪਰ ਜਿਹੜੀ ਕਰੋਨਾ ਮਹਾਮਾਰੀ ਆ, ਇਹ ਤੇ ਕੋਈ ਧਰਮ, ਕੋਈ ਜਾਤ ਕੁਝ ਨਹੀਂ ਵੇਂਦਾ। ਇਹ ਤੇ ਕੋਈ ਵੀ ਕਿਸੇ ਵੀ ਧਰਮ ਦਾ ਇਨਸਾਨ ਹੈ, ਉਹਦੇ ਤੇ ਅਟੈਕ ਕਰਦਾ ਔਰ ਹੌਲੀ ਹੌਲੀ ਉਹਦੀ ਮੌਤ ਹੋ ਜਾਂਦੀ ਹੈ ਜੀ। ਇਸ ਤਰੀਕੇ ਨਾਲ ਹੈ ਵੀ ਜਦੋਂ ਵੀ ਇਹ 78 ਦਾ ਸਮਾਂ ਆਉਂਦਾ ਹੈ ਨਾ, ਪਹਿਲਾਂ ਬਿਮਾਰੀ ਹੀ ਸ਼ੁਰੂ ਹੁੰਦੀ ਹੈ। ਦੇਖਿਆ ਜਾਵੇ 1920 ਈਸਵੀ ਤੇ 1978 ਬਿਕਰਮੀ, ਅੱਜ ਤੋਂ 100 ਸਾਲ ਪਹਿਲਾਂ ਦੁਨੀਆ ਦੇ ਉੱਪਰ ਮਹਾਂਮਾਰੀ ਪਈ ਸੀ। ਐਸੀ ਮਹਾਂਮਾਰੀ ਪਈ ਸੀ, ਜਿਹੜੇ ਘਰ ਵਿੱਚ ਮਹਾਂਮਾਰੀ ਪੈਂਦੀ ਸੀ ਉਹਦਾ ਪ੍ਰਭਾਵ ਪੈਂਦਾ ਸੀ, ਉਸ ਘਰ ਵਿੱਚੋਂ ਇੱਕ ਅਰਥੀ ਚੁੱਕ ਕੇ ਸ਼ਮਸ਼ਾਨ ਘਾਟ 'ਚ ਉਹਦਾ ਸੰਸਕਾਰ ਕਰਕੇ ਆਉਂਦੇ ਸੀ, ਤੇ ਦੂਜਾ ਬੰਦਾ ਬਿਸਤਰੇ ਦੇ ਉੱਪਰ ਲੇਟਿਆ ਹੁੰਦਾ ਸੀ। ਨੰਗਲੀ ਇੱਕ ਇੱਧਰਲੇ ਪਾਸੇ ਵੱਡੀ ਨੰਗਲੀ ਹੈ, ਇੱਧਰ ਛੋਟੀ ਨੰਗਲੀ ਹੈ। ਛੋਟੀ ਨੰਗਲੀ ਜਦੋਂ ਆਪਾਂ ਜਾਵਾਂਗੇ, ਪਿੰਡ ਵਿੱਚ ਐਂਟਰ ਹੋਵਾਂਗੇ ਨਾ, ਉੱਥੇ ਨਿਸ਼ਾਨ ਸਾਹਿਬ ਲੱਗਾ ਹੈ, ਤੇ ਗੁਰਦੁਆਰਾ ਬਣਿਆ ਬਾਬਾ ਆਨੰਦ ਸਿੰਘ ਜੀ ਦਾ। ਉੱਤੇ ਲਿਖਿਆ ਆਬਾਦੀ ਬਾਬਾ ਆਨੰਦ ਸਿੰਘ ਜੀ। ਬਾਬਾ ਆਨੰਦ ਸਿੰਘ ਜੀ ਇੱਕ ਐਸੇ ਮਹਾਂਪੁਰਖ ਹੋਏ ਨੇ, ਜਿਨ੍ਹਾਂ ਨੇ ਜਦੋਂ ਭੋਰਾ ਸਾਹਿਬ ਦੀ ਕਾਰ ਸੇਵਾ ਵੱਡੇ ਮਹਾਂਪੁਰਖ ਬਾਬਾ ਗੁਰਮੁਖ ਸਿੰਘ ਜੀ ਬਾਬੇ ਬਕਾਲੇ ਸਾਹਿਬ ਵਾਲਿਆਂ ਕਰਵਾਈ, ਤੇ ਉਹ ਹੱਥੀਂ ਦਮੂਸਾ ਕੁੱਟਦੇ ਰਹੇ, ਉੱਥੇ ਸੇਵਾ ਕਰਦੇ ਰਹੇ। ਅੱਜ ਵੀ ਉਹਨਾਂ ਦੀਆਂ ਪੀੜ੍ਹੀਆਂ ਬਾਬੇ ਬਕਾਲਾ ਸਾਹਿਬ ਦੇ ਜਿਹੜਾ ਵੀ ਮਹਾਂਪੁਰਖ ਹੋਵੇ, ਉਸ ਮਹਾਂਪੁਰਖ ਨੂੰ ਨਤਮਸਤਕ ਨੇ। ਤੇ ਉਦੋਂ ਸਾਡੇ ਪਿੰਡ ਵਿੱਚ ਉਹ ਵੇਲਾ ਆਇਆ ਸੀ। ਇਹਨਾਂ ਦੇ ਪਰਿਵਾਰ ਵਿੱਚ ਬੜਾ ਵੱਡਾ ਹੱਸਦਾ ਪਰਿਵਾਰ ਸੀ, ਤੇ ਹੱਸਦਾ ਵਸਦੇ ਪਰਿਵਾਰ ਵਿੱਚ ਇੱਕ ਬੰਦੇ ਨੂੰ ਚੁੱਕ ਕੇ ਉਹਨਾਂ ਸੰਸਕਾਰ ਕਰਨ ਜਾਣਾ, ਤੇ ਦੂਜਾ ਬੰਦੇ ਦਾ ਫਿਰ ਤਿਆਰੀ ਹੋ ਜਾਣੀ, ਤੀਜੇ ਦੀ ਫਿਰ ਤਿਆਰੀ ਹੋ ਜਾਣੀ। ਮੁੱਕਦਾ ਸਾਰਾ ਹੀ ਪਰਿਵਾਰ ਖਤਮ ਹੋ ਗਿਆ। ਤੇ ਇਹ ਬਾਬਾ ਆਨੰਦ ਸਿੰਘ ਜੀ ਜਿਹੜੇ ਬਾਲ ਅਵਸਥਾ 'ਚ ਸੀ, ਤੇ ਡੰਗਰਾਂ ਦੀ ਖੁਰਲੀ 'ਚ ਬਾਹਰ ਜਾ ਕੇ ਸੌਣ, ਘਰ ਨਾ ਸੌਣ। ਤੇ ਕਿਸੇ ਨੇ ਸਲਾਹ ਦਿੱਤੀ ਵੀ ਤੁਹਾਡੇ ਪਰਿਵਾਰ 'ਤੇ ਮਹਾਂਮਾਰੀ ਆਈ ਹੈ, ਤੇ ਤੁਸੀਂ ਇੱਥੋਂ ਉੱਠੋ, ਤੇ ਉੱਠ ਕਰਕੇ ਤੇ ਤੁਸੀਂ ਬਾਬੇ ਬਕਾਲੇ ਸਾਹਿਬ ਚਲੇ ਜਾਓ, ਤੇ ਗੁਰੂ ਹੀ ਤੁਹਾਨੂੰ ਰੱਖ ਸਕਦਾ ਹੈ। ਤੇ ਉਹ ਇਕੱਲੇ ਹੀ ਉਸ ਪਰਿਵਾਰ ਦੇ ਵਿੱਚੋਂ ਬਚੇ ਸੀ। ਉਹ ਪੀਰੀਅਡ ਦੇ ਵਿੱਚ ਇਕੱਲੇ ਹੀ ਬਚੇ ਸੀ, ਸਾਰਾ ਪਰਿਵਾਰ ਉਹਨਾਂ ਦਾ ਫਨਾਹ ਹੋ ਗਿਆ ਸੀ। ਐਸੀਆਂ ਘਟਨਾਵਾਂ ਹੋਰ ਵੀ ਸਾਨੂੰ ਦੇਖਣ ਨੂੰ, ਸੁਣਨ ਨੂੰ ਮਿਲਦੀਆਂ ਨੇ। ਅੱਜ ਦੀ ਗੱਲ ਜੇਕਰ ਆਪਾਂ ਕਰੀਏ, ਕੀ ਲੱਗਦਾ ਹੈ ਕਿ ਹੋਰ ਵੀ ਕੁਝ ਤੁਸੀਂ ਇੱਦਾਂ ਦੀ ਲਿਖਤ ਪੜ੍ਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਕੁ ਮਹਾਂਮਾਰੀ ਫੈਲੇਗੀ, ਕਦੋਂ ਇਹਦਾ ਅੰਤ ਕਦੋਂ ਹੋਏਗਾ, ਕਿੰਨੀਆਂ ਕੁ ਮੌਤਾਂ ਹੋਣਗੀਆਂ? ਕੁਝ ਇਹ ਵੀ ਪੜ੍ਹਿਆ ਤੁਸੀਂ? ਹਾਂ, ਇਤਿਹਾਸ ਵਿੱਚ ਇਸ ਬਾਰੇ ਐਸਾ ਵੀ ਲਿਖਿਆ ਮਿਲਦਾ ਵੀ ਇਹੋ ਜਿਹਾ ਸਮਾਂ ਆਏਗਾ, ਐਸੀ ਮਹਾਂਮਾਰੀ ਫੈਲੇਗੀ ਵੀ 12 ਕੋਹ ਦੀ ਵਾਟ ਦੇ ਉੱਤੇ ਦੀਵਾ ਜਗੇਗਾ, ਵੀ ਇੰਨੀਆਂ ਮੌਤਾਂ ਹੋਣਗੀਆਂ। ਇਹ ਸਾਡੇ ਇਤਿਹਾਸ ਦੇ ਵਿੱਚ ਬੋਲ ਐਸੇ ਲਿਖੇ ਮਿਲਦੇ ਨੇ ਸਾਡੀਆਂ ਜਨਮ ਸਾਖੀਆਂ ਦੇ ਵਿੱਚ। ਤੇ ਉਹ ਸਮਾਂ ਕਦੋਂ ਆ ਰਿਹਾ ਹੈ, ਹਾਲਾਤਾਂ ਤੋਂ ਤੇ ਜਾਪਦਾ ਹੈ ਵੀ ਉਹ ਸਮਾਂ ਉੱਧਰ ਨੂੰ ਜਾ ਰਿਹਾ ਹੈ। ਅੱਗੇ ਸਤਿਗੁਰੂ ਸਾਹਿਬ ਦੀ ਕਿਰਪਾ, ਜਿਵੇਂ ਉਹਨਾਂ ਦੀ ਮਰਜ਼ੀ ਹੈ। ਮੈਂ ਫਿਰ ਦੱਸ ਰਿਹਾ ਸਾਂ ਵੀ 1920 ਦੇ ਵਿੱਚ ਉਹ ਕੰਮ ਸ਼ੁਰੂ ਹੋਇਆ, 1978 ਵਿੱਚ। ਬਾਅਦ ਵਿੱਚ
ਫਿਰ ਸਿੱਖਾਂ ਵਿੱਚ ਪਾੜੋ ਧਾੜ ਪਈ। ਫਿਰ ਇਹ ਸਮਾਂ ਅੱਗੇ ਲੰਘਦਾ ਗਿਆ, ਫਿਰ ਵਿਸ਼ਵ ਯੁੱਧ ਵੀ ਇਸੇ ਸਮੇਂ ਦੇ ਵਿੱਚ ਹੀ ਲੱਗਣੇ ਸ਼ੁਰੂ ਹੋਏ। ਫਿਰ ਸਾਡੇ ਦੇਸ਼ ਦੀ ਵੰਡ ਹੋ ਗਈ, ਇੱਕ ਪਾਸੇ ਪਾਕਿਸਤਾਨ ਬਣ ਗਿਆ, ਇੱਕ ਪਾਸੇ ਹਿੰਦੁਸਤਾਨ ਬਣ ਗਿਆ। ਦੋ ਦੇਸ਼ ਕਾਹਦੇ ਬਣੇ? ਸਿੱਖਾਂ ਦਾ ਕਾਲਜਾ ਪਾਟ ਗਿਆ। ਸਾਡਾ ਨਨਕਾਣਾ ਉਧਰ ਰਹਿ ਗਿਆ ਜਿੱਥੋਂ ਸਾਡਾ ਆਦਿ ਸਥਾਨ ਹੈ ਗੁਰੂ ਨਾਨਕ ਸਾਹਿਬ ਦਾ, ਤੇ ਸਾਡਾ 10ਵੇਂ ਪਾਤਸ਼ਾਹ ਦਾ ਹਜ਼ੂਰ ਸਾਹਿਬ ਇੱਧਰ ਰਹਿ ਗਿਆ, ਜੋ ਸਾਡੇ ਗੁਰੂ ਦੇ ਕਰਕੇ ਵਰਤੇ ਨੇ ਉਹਨਾਂ ਦਾ ਅੰਤਮ ਅਸਥਾਨ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਸਮਾਏ ਨੇ। ਸਾਡੇ ਸਿੱਖੀ ਦੇ ਦੋ ਧੜੇ ਹੋ ਗਏ। ਫਿਰ ਦੁਨੀਆ ਦੇ ਉੱਪਰ ਕਿਤਨੀ ਕਤਲੋ ਗਾਰਤ ਹੋਈ। 47 ਦਾ ਸਮਾਂ ਆਇਆ, ਕਿੰਨੀ ਕਤਲੋ ਗਾਰਤ ਹੋਈ। ਪਹਿਲਾਂ ਇਹ ਬਿਮਾਰੀ ਤੋਂ ਹੀ ਸ਼ੁਰੂ ਹੋਇਆ ਤੇ ਇਹਨੇ ਰੁੱਖ ਕਿੱਧਰ ਦਾ ਕਿੱਧਰ ਲੈ ਲਿਆ। ਉਸ ਵਕਤ ਵੀ ਫਿਰ ਗੁਰੂ ਕੇ ਖਾਲਸੇ ਨੇ ਮਿਲ ਕੇ ਵਿਚਾਰ ਕੀਤੀ ਵੀ ਇਹਨਾਂ ਦੁਨੀਆ ਦੇ ਉੱਪਰ ਐਸਾ ਪ੍ਰਭਾਵ ਚੱਲ ਰਿਹਾ ਹੈ ਤੇ ਸਾਨੂੰ ਕੋਈ ਖਾਸ ਤਰੀਕੇ ਨਾਲ ਗੁਰੂ ਚਰਨਾਂ 'ਚ ਅਰਦਾਸ ਕਰਨੀ ਚਾਹੀਦੀ ਹੈ। ਫਿਰ ਆਨੰਦਪੁਰ ਸਾਹਿਬ ਕਹਿੰਦੇ ਇਕੱਤਰਤਾ ਹੋਈ, ਸਾਰਾ ਪੰਥ ਇਕੱਠਾ ਹੋਇਆ। ਉਸ ਵਕਤ ਬਾਬਾ ਗੁਰਮੁਖ ਸਿੰਘ ਜੀ ਬਾਬੇ ਬਕਾਲੇ ਵਾਲੇ, ਬਾਬਾ ਸਾਧੂ ਸਿੰਘ ਜੀ ਸ਼ਹੀਦੀ ਬਾਗ ਵਾਲੇ, ਬਾਬਾ ਮਿੱਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਮਾਤਾ ਸਾਹਿਬ ਦੇਵਾਂ ਦੇ ਸਥਾਨ ਵਾਲੇ, ਤੇ ਬਾਬਾ ਸਾਹਿਬ ਸਿੰਘ ਜੀ ਬੁੱਢੇ ਦਲ ਦੇ 96 ਕਰੋੜੀ ਮਹਾਂਪੁਰਸ਼, ਬਾਬਾ ਤੇਜਾ ਸਿੰਘ ਜੀ 96 ਕਰੋੜੀ ਮਹਾਂਪੁਰਖ। ਇਹ ਪੀਰੀਅਡ ਵਿੱਚ ਉਹਨਾਂ ਨੇ ਮਿਲ ਕੇ ਵਿਚਾਰ ਕੀਤੀ ਵੀ ਇਹ ਸਾਡੇ ਦੇਸ਼ ਦੀ ਵੰਡ ਹੋਈ ਹੈ ਜਾਂ ਸਿੱਖਾਂ ਦੇ ਉੱਪਰ ਮਹਾਂਮਾਰੀ ਸਾਰੇ ਵਿਸ਼ਵ ਭਰ 'ਤੇ ਹੀ ਆਈ ਸੀ, ਜਾਂ ਸਾਡਾ ਇੰਨਾ ਨੁਕਸਾਨ ਹੋਇਆ ਹੈ ਗੁਰੂ ਘਰ ਦਾ, ਕਾਰਨ ਕੀ ਹੈ। ਤੇ ਉਸ ਵਕਤ ਦੋ ਵਿਚਾਰਾਂ ਹੋਈਆਂ ਵੀ ਅਸੀਂ ਗੁਰੂ ਦੀ ਮਰਜ਼ਾਦਾ ਨੂੰ ਥੋੜ੍ਹਾ ਥੋੜ੍ਹਾ ਛੱਡ ਗਏ ਹਾਂ, ਜੰਗਲਾਂ ਯੁੱਧਾਂ ਦੇ ਵਿੱਚ ਰਹੇ ਹਾਂ, ਤੇ ਕਲਗੀਧਰ ਦੇ ਸਮੇਂ ਤੋਂ ਵਿਵੇਕ ਦਾ ਚੱਲਿਆ ਸੀ ਵੀ ਸਰਬਲੋ ਦੇ ਭਾਂਡਿਆਂ ਵਿੱਚ ਹੀ ਛਕਣਾ, ਇਹ ਵਿਵੇਕ ਦਾ ਪਹਿਰਾ ਚੱਲਿਆ ਸੀ। ਅਸੀਂ ਇਹ ਵਿਵੇਕ ਦਾ ਪਹਿਰਾ ਛੱਡ ਦਿੱਤਾ ਹੈ ਤੇ ਅਸੀਂ ਕੁਝ ਖੁੱਲ੍ਹੇ ਹੋ ਗਏ ਹਾਂ। ਕੋਈ ਸਿੱਧਕੀ ਸਿੱਖ ਰੱਖਦੇ ਵੀ ਨੇ ਇਹ ਪਹਿਰਾ ਤੇ ਬਹੁਤੇ ਖੁੱਲ੍ਹੇ ਹੋ ਗਏ ਨੇ। ਉਸ ਵਕਤ ਵਿਚਾਰ ਕੀਤੀ ਵੀ ਸਾਨੂੰ ਆਪਣੇ ਪੰਥ ਵਿੱਚ ਦੁਬਾਰਾ ਜਿਹੜੀ ਮਰਜ਼ਾਦਾ ਅਲੋਪ ਹੁੰਦੀ ਜਾਂਦੀ ਇਹਨੂੰ ਸੁਰਜੀਤ ਕਰਨਾ ਚਾਹੀਦਾ ਹੈ। ਪੰਜਾਂ ਮਹਾਂਪੁਰਖਾਂ ਨੇ ਇਹਨਾਂ ਨੇ ਅਰਦਾਸ ਕੀਤੀ, ਸਰਬਲੋਏ ਦਾ ਪਹਿਰਾ ਦਲ ਪੰਥ ਵਿੱਚ ਕਾਇਮ ਹੋਇਆ। ਤੇ ਦੂਜਾ ਉਸ ਸਮੇਂ ਦਸਮ ਦੇ ਪਾਠ ਤੇ ਪਹਿਲਾਂ ਹੀ ਚਲੇ ਆਉਂਦੇ ਸਨ ਤੇ ਵਿਚਾਰ ਕੀਤੀ ਵੀ ਸਾਨੂੰ ਜਿੱਥੇ ਕੋਈ ਦੁਸ਼ਟ ਦਾ ਵੱਧ ਹੁੰਦਾ ਹੈ, ਉਹਦਾ ਅੰਤ ਹੁੰਦਾ ਹੈ, ਕਿਸੇ ਦੈਂਤ ਦਾ, ਕਿਸੇ ਸੂਰਮੇ ਦਾ, ਉੱਥੇ ਉੱਥੇ ਸਾਨੂੰ ਕੋਈ ਨਾ ਕੋਈ ਨਾਲ ਝਟਕਾ ਕਰਨਾ ਚਾਹੀਦਾ ਹੈ। ਕੇਲੇ ਦਾ, ਨਾਰੀਅਲ ਦਾ ਝਟਕਾ ਹੋਇਆ। ਸਾਰੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿੱਚ 2600 ਥਾਵਾਂ 'ਤੇ ਕੋਈ ਕੇਲਾ, ਕੋਈ ਨਾਰੀਅਲ, ਕੋਈ ਸੇਬ, ਇਹਦਾ ਝਟਕਾ ਕੀਤਾ, ਅਰਦਾਸ ਕੀਤੀ। ਫਿਰ ਇਹ ਜਿਹੜਾ ਪ੍ਰਕੋਪ ਸੀ ਆਪਣੇ ਨਾਲ ਕੁਝ ਜਿਹੜਾ ਸੀ ਸਿੱਖ ਜਗਤ ਤੋਂ ਘਟਿਆ। ਖਾਸ ਪੂਜਾ ਅਰਚਨਾ ਉਸ ਵਕਤ ਹੋਈ ਸੀ। ਇਹਦਾ ਹੱਲ ਕੀ, ਜੇ ਆਪਾਂ ਗੁਰਮਤ ਦੇ ਅਨੁਸਾਰ ਸੋਚੀਏ, ਕੀ ਹੱਲ ਕੀ ਹੈ ਜੀ ਇਹਦਾ? ਗੁਰਮਤ ਦੇ ਅਨੁਸਾਰ ਇਹ ਹੱਲ ਹੈ ਵੀ 100 ਸਾਖੀਆਂ ਵਿੱਚ ਇਹ ਬਚਨ ਇਸ ਤਰ੍ਹਾਂ ਆਉਂਦਾ ਹੈ ਵੀ ਜਿਹੜਾ ਬਚੇਗਾ ਉਹ ਜਿਹੜਾ ਗੁਰੂ ਤੇ ਸ਼ਰਧਾ ਤੇ ਭਰੋਸਾ ਰੱਖੇਗਾ, ਕਿਉਂਕਿ ਗੁਰੂ ਰੱਖਣਹਾਰ ਹੈ। ਮੈਂ ਇੱਕ ਗੱਲ ਸੁਣੀ ਸੀ, ਉਹਨਾਂ ਨੇ ਆਪਣੇ ਵੱਡਿਆਂ ਦੀ ਗੱਲ ਸੁਣਾਈ ਸੀ ਇੱਕ ਸਿੱਖ ਨੇ। ਮੈਂ ਉਹ ਆਪਣਾ ਹੈ ਤੇ ਭਾਰਤ ਹੀ ਸੀ, ਪਤਾ ਨਹੀਂ ਕਲਕੱਤੇ ਵੱਲ ਦੀ ਗੱਲ ਸੀ ਕਿ ਦਿੱਲੀ ਜਾਂ ਬੰਬੇ ਵੱਲ ਦੀ, ਉਹ ਮੈਨੂੰ ਥਾਂ ਭੁੱਲ ਗਿਆ। ਤੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਦੋਂ 1920 'ਚ ਮਹਾਂਮਾਰੀ ਆਈ ਤੇ ਜਿੰਨੇ ਸਾਡੇ ਲਾਗੇ ਲਾਗੇ ਘਰ ਸੀ ਸਾਰੇ ਹੀ ਉਹਦਾ ਸ਼ਿਕਾਰ ਹੋ ਗਏ। ਤੇ ਸਾਡੇ ਪਰਿਵਾਰ ਨੇ ਵਿਚਾਰ ਕੀਤੀ ਵੀ ਬਚਾ ਕਿਵੇਂ ਹੋਵੇ, ਤੇ ਅਸੀਂ ਉਹ ਤੁਕ ਪੜ੍ਹੀ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਇਹ ਤੁਕ ਦਾ ਸਾਰੇ ਹੀ ਘੰਟਾ ਘੰਟਾ 2-2 ਘੰਟਾ ਅਭਿਆਸ ਕਰਦੇ ਰਹੇ ਤੇ ਗੁਰਾਂ ਦੀ ਐਸੀ ਕਿਰਪਾ ਹੋਈ, ਸਾਡੇ ਪਰਿਵਾਰ ਵਿੱਚੋਂ ਇੱਕ ਜਾਣੇ ਨੂੰ ਵੀ ਉਹ ਮਹਾਂਮਾਰੀ ਆ ਕੇ ਪੋਈ ਨਹੀਂ ਸੀ, ਉਹਦਾ ਸ਼ਿਕਾਰ ਨਹੀਂ ਸੀ ਹੋਈ। ਸੋ ਗੁਰੂ ਉੱਪਰ ਸ਼ਰਧਾ, ਭਰੋਸਾ ਤੇ ਵਿਸ਼ਵਾਸ। ਹੁਣ ਅੱਜ ਕੱਲ੍ਹ ਦੇਖੋ ਸਾਡੀ ਇਹ ਤਰਾਸ਼ਗੀ ਵੀ ਹੈ ਵੀ ਜੇ ਠੇਕਿਆਂ ਦੀ ਗੱਲ ਕਰੀਏ, ਜਿੱਥੇ ਨਸ਼ਿਆਂ ਆਦਿਕਾਂ ਦਾ ਵਰਤਾਰਾ ਚੱਲਦਾ ਹੈ ਉਹ ਖੁੱਲ੍ਹੇ ਹੈ, ਉੱਥੋਂ ਲੋਕ ਜਾਣ ਤੋਂ ਡਰਦੇ ਵੀ ਕੋਈ ਨਹੀਂ। ਜੇ ਗੁਰੂ ਘਰ ਦੀ ਗੱਲ ਹੈ ਤੇ ਲੋਕ ਡਰਦੇ ਨੇ ਵੀ ਹਾਏ ਗੁਰੂ ਘਰ ਚਲੇ ਗਏ ਕਰੋਨਾ ਨਾ ਹੋ ਜਾਵੇ, ਤੇ ਮਰਨਾ ਤੇ ਹੈ ਹੀ ਹੈ। ਤੇ ਗੁਰਬਾਣੀ 'ਚ ਲਿਖਿਆ ਮੋਏ ਮਰਨੇ ਕਾ ਚਾਓ ਹੈ ਮਰੋ ਤਾਂ ਹਰ ਕੈ ਦੁਆਰ। ਜੇ ਗੁਰੂ ਚਰਨਾਂ ਵਿੱਚ ਸਾਡੇ ਪ੍ਰਾਣ ਨਿਕਲ ਜਾਣਗੇ, ਜੇ ਗੁਰੂ ਘਰ ਤੋਂ ਸਾਨੂੰ ਬਿਮਾਰੀ ਮਿਲ ਜਾਵੇਗੀ ਤੇ ਇਹ ਵੀ ਪ੍ਰਸ਼ਾਦ ਪ੍ਰਵਾਨ ਹੀ ਹੈ। ਜੇ ਘਰ ਬੈਠਿਆਂ ਲੱਗ ਗਈ ਜਾਂ ਇਹ ਬਿਮਾਰੀ ਨਸ਼ਿਆਂ ਵਾਲੇ ਠੇਕਿਆਂ ਤੋਂ ਲੱਗ ਗਈ ਫਿਰ ਵੀ ਮਰਨਾ ਹੀ ਹੈ ਨਾ। ਇਸ ਲਈ ਸਤਿਗੁਰੂ ਸਾਹਿਬ ਜੀ ਦਾ ਜਿੰਨਾ ਵੀ ਚਿੰਤਨ ਹੋਵੇ,
ਤੇ ਸਾਡੇ ਜਿਹੜੇ ਪੁਰਾਣੇ ਮਹਾਂਪੁਰਸ਼ ਨੇ ਮੂਲ ਮੰਤਰ ਗੁਰਮੰਤਰ ਇਹਦਾ ਅਭਿਆਸ ਉੱਤਮ ਦੱਸਦੇ ਨੇ। ਇਸ ਅਭਿਆਸ ਦੇ ਨਾਲ ਨਾਲ ਇੱਕ ਅਭਿਆਸ ਹੈ ਭਗਉਤੀ ਦੀ ਮਾਲਾ। ਪੁਰਾਣੇ ਮਹਾਂਪੁਰਸ਼ ਇਹ ਜਪਦੇ ਸੀ। ਭਗਉਤੀ ਦੀ ਮਾਲਾ ਕਿਹੜੀ ਹੈ? ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜੁਨ ਹਰਿ ਗੋਬਿੰਦ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਧੰਨ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਮਹਾਰਾਜ ਸ਼ਹੀਦੋ ਸਿੰਘੋ, ਸਭ ਥਾਈ ਹੋਏ ਸਹਾਏ। ਇਹ ਇੱਕ ਪਾਠ ਹੈ। ਇਹਦੀ ਇੱਕ ਮਾਲਾ ਰੋਜ਼ ਕਰੇ ਗੁਰੂ ਕਾ ਸਿੱਖ। ਤੇ ਮੈਂ ਸਮਝਦਾ ਇਹ ਵੀ ਇਹ ਜਿੱਥੇ ਗੁਰੂਆਂ ਦਾ ਅਸਤੋਤਰ ਹੈ, ਗੁਰੂਆਂ ਦੀ ਉਸਤਤ ਹੈ, ਸਿੱਖ ਧਰਮ ਦੀ ਅਰਦਾਸ ਹੈ, ਉੱਥੇ ਇਹ ਇੱਕ ਇੱਕ ਤੁਕ ਇੱਕ ਇੱਕ ਮੰਤਰ ਦੀ ਤਾਕਤ ਰੱਖਦੀ ਹੈ। ਇਹਦਾ ਪਾਠ ਕੀਤਾ ਜਾਵੇ ਤੇ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਵੇਗੀ। ਘਰ ਵਿੱਚ 9 ਨਿਧੀਆਂ 18 ਸਿੱਧੀਆਂ, ਤੇ ਆਹ ਜਿਹੜੀ ਮਹਾਂਮਾਰੀ ਹੈ ਉਹ ਬੰਦੇ ਨੂੰ ਪੋਏਗੀ ਨਹੀਂ। ਜਦੋਂ ਆਪਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਧਿਆਵਾਂਗੇ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਿਰਪਾ ਕਰਨਗੇ। ਇਸ ਲਈ ਨਾਮ ਦਾ, ਗੁਰੂ ਦੇ ਚਰਨਾਂ ਦਾ ਪੱਲਾ ਫੜੀਏ ਤੇ ਇਹ ਬਿਮਾਰੀ ਲਈ, ਇਹ ਤੋਂ ਨਿਜਾਤ ਪਾਉਣ ਲਈ ਆਪਣੇ ਘਰਾਂ ਵਿੱਚ 15 ਮਿੰਟ 10 ਮਿੰਟ ਅੱਧਾ ਘੰਟਾ ਜਿੰਨਾ ਵੀ ਬਲ ਪਵੇ ਤੇ ਮੂਲ ਮੰਤਰ ਗੁਰਮੰਤਰ ਇਹ ਭਗਉਤੀ ਦੀ ਜਿਹੜੀ ਮਾਲਾ ਹੈ, ਇਹਦਾ ਪਾਠ ਹੈ, ਭਗਉਤੀ ਦੀ ਪੌੜੀ ਹੈ, ਇਹਦਾ ਕਰੀਏ ਤੇ ਅਰਦਾਸ ਕਰੀਏ। ਜਿਹੜੀ ਸਿੱਖਾਂ ਦੀ ਮੂਲ ਅਰਦਾਸ ਹੈ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਬਾਕੀ ਜਿਵੇਂ ਜ਼ੁਕਾਮ ਕਿਸੇ ਨੂੰ ਲੱਗਾ ਹੋਵੇ ਤੇ ਥੋੜ੍ਹਾ ਜਿਹਾ ਪਾਸਾ ਕਰਕੇ ਰੱਖੀਏ ਤੇ ਜ਼ੁਕਾਮ ਤੋਂ ਬਚ ਜਾਈਦਾ ਹੈ। ਤੇ ਜਿਹੜੀ ਇਹ ਬਿਮਾਰੀ ਦਾ ਰੁਖ ਚੱਲ ਰਿਹਾ ਹੈ ਤੇ ਥੋੜ੍ਹਾ ਥੋੜ੍ਹਾ ਆਪਣਾ ਪਰਹੇਜ਼ ਵੀ ਰੱਖੀਏ ਤੇ ਬਾਕੀ ਗੁਰੂ ਚਰਨਾਂ ਦਾ ਹੌਸਲਾ ਲਈਏ ਵੀ ਸੱਚੇ ਪਾਤਸ਼ਾਹ ਸਾਡੀ ਰੱਖਿਆ ਕਰੋ, ਸਾਡੇ ਤੇ ਮਿਹਰ ਕਰੋ। ਤੇ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਵੀ ਜਦੋਂ ਇਹੋ ਜਿਹਾ ਸਮਾਂ ਆ ਜਾਵੇ ਨਾ, ਉਦੋਂ ਫਿਰ ਸਾਰਿਆਂ ਨੂੰ ਗੁਰੂ ਪੀਰ ਵਾਲੇ ਹੋ ਜਾਣਾ ਚਾਹੀਦਾ ਹੈ। ਵੀ ਜੇ ਮਰ ਵੀ ਗਏ ਤੇ ਗੁਰੂ ਪੀਰ ਵਾਲੇ ਹੋ ਕੇ ਮਰਾਂਗੇ ਤੇ ਗੁਰੂ ਸਾਡੀ ਰੱਖਿਆ ਕਰੇਗਾ। ਸਾਨੂੰ ਕੇਸ ਦਾੜੇ ਅੰਮ੍ਰਿਤ ਛਕ ਕੇ ਜੇ ਸਿੱਖ ਹੈ ਤੇ ਸਿੱਖੀ ਸਰੂਪ ਦੇ ਵਿੱਚ ਆਉਣਾ ਚਾਹੀਦਾ ਹੈ। ਇਹ ਮੈਂ ਇਹਦਾ ਢੰਗ ਵੀ ਦੱਸਦਾ ਹਾਂ। ਤੇ ਬਾਕੀ ਜਿੰਨੀ ਉਮਰ ਲਿਖੀ ਹੈ ਬਹਾਨਾ ਹੀ ਬਣਨਾ ਹੈ। ਬਾਣੀ 'ਚ ਲਿਖਿਆ ਜਿਸ ਕੀ ਪੂਜੈ ਔਧ ਤਿਸੈ ਕੌਣ ਰਾਖਈ, ਵੈਦ ਕੇ ਅਨ ਕੇ ਉਪਾਵ ਕਹਾਂ ਲੋ ਪਾਖਈ। ਇਹ ਬਹਾਨਾ ਹੀ ਬਣਨਾ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਇਹ ਸਨ ਗਿਆਨੀ ਗੁਰਵਿੰਦਰ ਸਿੰਘ ਪਿੰਡ ਨੰਗਲੀ। ਇਹਨਾਂ ਨਾਲ ਗੱਲਬਾਤ ਕੀਤੀ ਔਰ ਇਹਨਾਂ ਨੇ ਦੱਸਿਆ ਕਿ ਕਰੋਨਾ ਦੀ ਜੋ ਬਿਮਾਰੀ ਹੈ ਉਹ ਕਿੰਨਾ ਕੁ ਹੋਰ ਅਟੈਕ ਕਰੇਗੀ ਔਰ ਉਸ ਤੋਂ ਬਚਣਾ ਕਿਵੇਂ ਹੈ। ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਇੱਥੇ ਫਤਿਹ ਦੀ ਸੰਨ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।